ਸੈਕਸ਼ਨ A ਚੈਪਟਰ 3 ਥਿੰਕਿੰਗ ਆਊਟ ਆਫ ਦ ਬਾਕਸ, ਜਿਸ ਨੂੰ ਅਸੀਂ ਲੇਟਰਲ ਥਿੰਕਿੰਗ ਵੀ ਕਹਿ ਦਿੰਦੇ ਹਾਂ। ਬੇਟਾ ਇਹ ਇੱਕ ਕੀ ਹੈ, ਇੰਟਰਨੈਟ ਆਰਟੀਕਲ ਹੈ। ਇਸ ਇੰਟਰਨੈਟ ਆਰਟੀਕਲ ਨੂੰ ਕਿੱਥੋਂ ਲਿਆ ਗਿਆ? ਇੰਟਰਨੈਟ ਤੋਂ। ਔਰ ਕਿਹਨੇ ਲਿਖਿਆ ਇੰਟਰਨੈਟ ਤੇ? ਐਡਵਰਡ ਡੀ ਬੋਨੋ। ਐਡਵਰਡ ਡੀ ਬੋਨੋ। ਐਗਜ਼ਾਮ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਚੈਪਟਰ ਦੇ ਰਾਈਟਰ ਬਾਰੇ ਪੁੱਛਿਆ ਜਾਂਦਾ ਹੈ ਕਿ ਇਸ ਚੈਪਟਰ ਦੇ ਰਾਈਟਰ ਕੌਣ ਨੇ। ਕਈ ਬੱਚੇ ਲਿਖ ਦਿੰਦੇ ਨੇ ਕਿ ਕੋਈ ਨਹੀਂ, ਜਾਂ ਪਤਾ ਨਹੀਂ, ਜਾਂ ਇੰਟਰਨੈਟ ਤੋਂ ਲਿਆ। ਨਹੀਂ ਬੇਟੇ, ਇੰਟਰਨੈਟ ਤੇ ਵੀ ਤਾਂ ਕੋਈ ਲਿਖ ਹੀ ਰਿਹਾ ਹੁੰਦਾ ਨਾ। ਮੰਨ ਲਓ ਮੈਂ ਇੰਟਰਨੈਟ ਤੇ ਕੋਈ ਆਰਟੀਕਲ ਪਾਉਂਦੀ ਹਾਂ ਤਾਂ ਮੈਂ ਆਪਣਾ ਨਾਮ ਨਾਲ ਪਾਉਂਗੀ, ਜਾਂ ਮੇਰੀ ਵੈਬਸਾਈਟ ਹੋਊਗੀ, ਜਾਂ ਮੇਰਾ ਕੋਈ ਨਾ ਕੋਈ ਈਮੇਲ ਐਡਰੈਸ ਹੋਊਗਾ। ਸੋ ਇੰਟਰਨੈਟ ਤੇ ਆਰਟੀਕਲ ਹਮੇਸ਼ਾ ਕਿਸੇ ਨਾ ਕਿਸੇ ਰੈਫਰੈਂਸ ਨਾਲ ਹੀ ਹੋਊਗਾ। ਇਹ ਇੰਟਰਨੈਟ ਆਰਟੀਕਲ ਹੈ ਜਿਹੜਾ ਐਡਵਰਡ ਡੀ ਬੋਨੋ ਦਾ ਲਿਖਿਆ ਹੋਇਆ। ਦ ਨੇਮ ਆਫ ਦ ਚੈਪਟਰ ਇਜ਼ ਥਿੰਕਿੰਗ ਆਊਟ ਆਫ ਦ ਬਾਕਸ। ਤਾਂ ਹੁਣ ਸਭ ਤੋਂ ਪਹਿਲਾਂ ਰਾਈਟਰ ਆਪਣਾ ਚੈਪਟਰ ਸ਼ੁਰੂ ਐਲਿਸ ਉਹ ਗੇਟ ਲਗਾ। ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਹਾਣੀ ਸੁਣਾਉਂਦਾ ਹੈ। ਕਹਾਣੀ ਕਿਹਦੀ ਹੈ? ਇੱਕ ਫਾਰਮਰ ਦੀ, ਇੱਕ ਅਜਿਹੇ ਕਿਸਾਨ ਦੀ ਹੂ ਇਜ਼ ਵੈਰੀ ਪੂਅਰ, ਬਹੁਤ ਹੀ ਗਰੀਬ ਹੈ। ਕਿੱਥੇ ਰਹਿੰਦਾ ਉਹ? ਸਮਾਲ ਇੰਡੀਅਨ ਵਿਲੇਜ, ਇੱਕ ਪਿੰਡ ਵਿੱਚ ਰਹਿੰਦਾ ਹੈ। ਓਇੰਗ ਅ ਲਾਰਜ ਸਮ ਆਫ ਮਨੀ ਟੂ ਅ ਵਿਲੇਜ ਮਨੀ ਲੈਂਡਰ। ਓਇੰਗ ਦਾ ਮਤਲਬ ਹੁੰਦਾ ਹੈ ਕਿ ਉਹਨੇ ਕਰਜ਼ਾ ਲੈ ਰੱਖਿਆ, ਵਿਲੇਜ ਮਨੀ ਲੈਂਡਰ ਦਾ ਕਰਜ਼ਾ ਦੇਣਾ ਉਹਨੇ ਕਾਫੀ। ਮਨੀ ਲੈਂਡਰ ਕੌਣ ਹੁੰਦਾ ਬੇਟੇ? ਆੜਤੀ, ਜਿਹੜਾ ਪੈਸੇ ਦਿੰਦੇ ਹੁੰਦੇ ਆ ਲੋਕ ਦੂਜਿਆਂ ਨੂੰ, ਆਪਾਂ ਕੀ ਕਹਿ ਦਈਏ ਉਹਨੂੰ, ਵਿਆਜ ਤੇ। ਦ ਮਨੀ ਲੈਂਡਰ who was old and ugly। ਹੁਣ ਇਹ ਮਨੀ ਲੈਂਡਰ ਦੇਖਣ ਦੇ ਵਿੱਚ ਕਿਹੋ ਜਿਹਾ ਸੀ? ਇਹ ਮਨੀ ਲੈਂਡਰ ਦੇਖਣ ਦੇ ਵਿੱਚ ਸੀ ਬੁੱਢਾ। ਅਗਲੀ ਮਤਲਬ ਭੱਦਾ। ਫੈਂਸੀਡ ਫਾਰਮਰ's ਬਿਊਟੀਫੁਲ ਡਾਟਰ। ਹੁਣ ਜਿਹੜਾ ਇਹ ਸਾਡਾ ਓਲਡ ਫਾਰਮਰ ਸੀ, ਪੂਅਰ ਫਾਰਮਰ ਸੀ, ਉਸ ਫਾਰਮਰ ਦੀ ਇੱਕ ਬੇਟੀ ਸੀ। ਉਹ ਬੇਟੀ ਬੜੀ ਸੁੰਦਰ ਸੀ ਤੇ ਉਸ ਬੇਟੀ ਦੇ ਉੱਤੇ ਨਜ਼ਰ ਸੀ ਇਸ ਬੁੱਢੇ ਭੈੜੇ ਜਿਹੇ ਸਾਹੂਕਾਰ ਦੀ। ਹੁਣ ਇਹਨੂੰ ਪਤਾ ਹੈ ਕਿ ਉਹ ਕਰਜ਼ਾਈ ਨੇ, ਤਾਂ ਉਹ ਉਹਨਾਂ ਦੇ ਸਾਹਮਣੇ ਇੱਕ ਗੇਮ ਦੀ ਆਫਰ ਰੱਖਦਾ ਹੈ। ਉਹ ਉਹਨਾਂ ਨੂੰ ਇੱਕ ਆਫਰ ਦਿੰਦਾ ਹੈ। ਕੀ ਦਿੰਦਾ ਹੈ? ਕਿ ਤੇਰੀ ਬੇਟੀ your daughter will pick up pebbles and if she picks up black pebble, if she picked the black pebble she would become his wife। ਕਹਿੰਦਾ ਆਪਾਂ ਇੱਕ ਪੈਬਲ ਦੀ ਗੇਮ ਖੇਡਾਂਗੇ ਪੂਰੇ ਪਿੰਡ ਦੇ ਸਾਹਮਣੇ, ਪੰਚਾਇਤ ਦੇ ਸਾਹਮਣੇ। ਅਗਰ ਤੇਰੀ ਬੇਟੀ ਨੇ ਕਾਲਾ ਪੱਥਰ ਚੱਕਿਆ ਤਾਂ ਉਹ ਮੇਰੀ ਪਤਨੀ ਬਣੂਗੀ। ਐਂਡ ਹਰ ਫਾਦਰਸ ਡੈਟ ਵੁੱਡ ਬੀ ਰਿਟਨ ਆਫ। ਉਸਦੇ ਪਿਤਾ ਜੀ ਦਾ ਕਰਜ਼ਾ ਮਾਫ ਹੋ ਜਾਊਗਾ। ਇਫ ਸ਼ੀ ਪਿਕਡ ਅਪ ਵਾਈਟ ਪੈਬਲ, ਅਗਰ ਉਹ ਇੱਕ ਸਫੇਦ ਪੱਥਰ ਚੱਕ ਲੈਂਦੀ ਹੈ, ਸ਼ੀ ਨੀਡ ਨਾਟ ਮੈਰੀ ਹਿਮ, ਉਹਨੂੰ ਮੇਰੇ ਨਾਲ ਵਿਆਹ ਕਰਨ ਦੀ ਲੋੜ ਨਹੀਂ। ਐਂਡ ਹਿਜ਼ ਫਾਦਰਸ ਡੈਟ ਵੁੱਡ ਬੀ ਸਟਿਲ ਬੀ ਰਿਟਨ ਆਫ, ਤੇ ਉਹਦੇ ਪਿਤਾ ਦਾ ਕਰਜ਼ਾ ਤਾਂ ਵੀ ਮਾਫ ਹੋ ਜਾਊਗਾ। ਤਾਂ if she refused to pick up pebble her father would be thrown into jail। ਜੇ ਉਹਨੂੰ ਕੁੜੀ ਕਹੂਗੀ ਮੈਂ ਨਹੀਂ ਆ ਪੱਥਰ ਵਾਲੀ ਗੇਮ ਖੇਡਦੀ, ਤਾਂ ਉਹ ਕਹਿੰਦਾ ਕਿ ਉਹਦਾ ਪਿਤਾ ਹੈ ਜਿਹੜਾ ਉਹ ਜੇਲ੍ਹ ਵਿੱਚ ਸੁੱਟ ਦਿੱਤਾ ਜਾਊਗਾ, ਕਿਉਂਕਿ ਉਹਨੇ ਮੇਰੇ ਤੋਂ ਕਰਜ਼ਾ ਲਿਆ ਤੇ ਉਹ ਪੈਸੇ ਨਹੀਂ ਮੋੜ ਰਿਹਾ। ਤਾਂ ਇਸ ਤਰੀਕੇ ਨਾਲ ਉਹ ਉਹਨਾਂ ਨੂੰ ਗਰੀਬਾਂ ਨੂੰ ਆਪਣੇ ਟਰੈਪ ਦੇ ਵਿੱਚ ਫਸਾ ਲੈਂਦਾ ਹੈ। they were standing on a pebble strewn path। ਉਹ ਪੱਥਰਾਂ ਭਰੇ ਇੱਕ ਰਸਤੇ ਤੇ ਖੜੇ ਨੇ। ਪੈਬਲ ਕੀ ਹੁੰਦੇ ਨੇ? ਛੋਟੇ ਛੋਟੇ ਪੱਥਰ, ਕੰਕਰ ਹੁੰਦੇ ਨੇ ਜਿਹੜੇ। As they talked the money lender bent over to pick up two pebbles। ਜਦੋਂ ਇਹ ਉਹ ਗੱਲਾਂ ਕਰ ਰਹੇ ਸੀ ਤਾਂ ਮਨੀ ਲੈਂਡਰ ਉੱਥੇ ਦੋ ਪੈਬਲ ਚੱਕਣ ਲਈ ਝੁਕਦਾ ਹੈ। As he picked them up the sharp-eyed girl noticed। ਤਾਂ ਜਦੋਂ ਹੀ ਉਹਨਾਂ ਨੂੰ ਚੱਕਦਾ ਹੈ, ਉਸ ਤਿੱਖੀਆਂ ਅੱਖਾਂ ਵਾਲੀ ਲੜਕੀ ਨੇ ਕੀ ਦੇਖਿਆ? sharp-eyed girls ਮਤਲਬ ਉਸ ਲੜਕੀ ਨੇ ਕੀ ਦੇਖਿਆ? that he picked up two black pebbles। ਕਿ ਉਸਨੇ ਕੀ ਚੱਕ ਲਏ? ਦੋ ਕਾਲੇ ਪੱਥਰ ਚੱਕ ਲਏ। and put them in the bag। ਹੁਣ ਦੋ ਕਾਲੇ ਪੱਥਰ ਦਾ ਮਤਲਬ ਕੀ ਹੈ? ਕਿ ਉਹ ਲੜਕੀ ਨੇ ਸਿਰਫ ਕੀ ਦੇਖਣਾ ਹੈ? ਇਹੀ ਦੇਖਣਾ ਹੈ ਕਿ ਮੈਂ ਕਿਹੜਾ ਕਾਲਾ ਪੱਥਰ ਚੱਕੂੰਗੀ, ਕਿਉਂਕਿ ਚਿੱਟਾ ਤਾਂ ਉਸਨੇ ਬੈਗ ਦੇ ਵਿੱਚ ਪਾਇਆ ਹੀ ਨਹੀਂ। ਸੋ ਕਹਾਣੀ ਇੱਥੋਂ ਤੱਕ ਸਮਝ ਆ ਗਈ ਬੇਟੇ? ਕਲਾਸ ਸਮਝ ਆ ਗਈ ਕਿ ਦੁਬਾਰੇ ਦੱਸਾਂ ਕੁਛ? ਠੀਕ ਹੈ, ਓਕੇ। ਉਸ ਤੋਂ ਬਾਅਦ ਕੀ ਹੁੰਦਾ ਹੈ? ਹੁਣ ਉਹ ਕੁੜੀ ਘਬਰਾ ਜਾਂਦੀ ਹੈ ਇੱਕ ਵਾਰੀ। ਤਾਂ ਉਹ ਸੋਚਦੀ ਹੈ ਕਿ ਜੇ ਦੋਨੇ ਪੱਥਰ ਕਾਲੇ ਨੇ, ਕਾਲੇ ਪੱਥਰ ਦਾ ਮਤਲਬ ਆਪਾਂ ਉੱਪਰ ਕੀ ਕੀਤਾ ਸੀ
ਕਿ ਉਹਨੂੰ ਉਹਦੇ ਨਾਲ ਮੈਰਿਜ ਕਰਨੀ ਪਊਗੀ। ਠੀਕ ਹੈ, ਤਾਂ ਉਹ ਕਹਿੰਦੀ ਕਿ ਮੈਨੂੰ ਤਾਂ ਹੁਣ ਮੈਰਿਜ ਕਰਨੀ ਪਊ, ਅੰਦਰੋਂ ਅੰਦਰ ਹੀ ਪਰੇਸ਼ਾਨ ਹੋ ਜਾਂਦੀ ਹੈ। ਹੁਣ ਉਹਦੀ ਸਥਿਤੀ ਦਾ ਆਪਾਂ ਕੇਅਰਫੁਲ ਐਨਾਲਿਸਿਸ ਕਰੀਏ ਤਾਂ ਰਾਈਟਰ ਕਹਿੰਦਾ ਪਹਿਲੀ ਗੱਲ ਤਾਂ ਇਹ, the girl should refuse to take a pebble। ਲੜਕੀ ਕਹਿ ਦੇ ਮੈਂ ਤਾਂ ਪੱਥਰ ਚੱਕਦੀ ਹੋਈ ਨਹੀਂ। ਹੁਣ ਆਪਾਂ ਨੂੰ ਪਤਾ ਹੈ ਕਿ ਜੇ ਉਹ ਕਹੂਗੀ ਮੈਂ ਪੱਥਰ ਚੱਕਦੀ ਨਹੀਂ ਤਾਂ ਉਹਦੇ ਪਿਤਾ ਨੂੰ ਜੇਲ੍ਹ ਭੇਜ ਦਿੱਤਾ ਜਾਊਗਾ। ਸੋ ਪਹਿਲੀ ਆਪਸ਼ਨ ਨਹੀਂ ਹੋ ਸਕਦੀ। ਦੂਜੀ ਆਪਸ਼ਨ ਕੀ ਹੈ, the girl should show that they were two black pebbles। ਹੁਣ ਉਹ ਲੜਕੀ ਲੋਕਾਂ ਨੂੰ ਦੱਸ ਦੇਵੇ, ਸਭ ਦੇ ਸਾਹਮਣੇ ਦਿਖਾ ਦੇਵੇ ਵੀ ਆਹ ਦੇਖੋ ਇਹਨੇ ਤਾਂ ਦੋ ਕਾਲੇ ਪੱਥਰ ਹੀ ਪਾ ਲਏ। ਪਰ ਬੇਟੇ ਉਹ ਲੜਕੀ ਤੇ ਉਹਦਾ ਪਿਤਾ ਗਰੀਬ ਹੈ ਤੇ ਲੋਕ ਸ਼ਾਹੂਕਾਰ ਦਾ ਸਾਥ ਦੇਣਗੇ, ਇਸ ਲਈ ਇਹ ਆਪਸ਼ਨ ਵੀ ਨਹੀਂ ਆ ਸਕਦੀ। ਥਰਡ ਆਪਸ਼ਨ, the girl should pick up black pebble and sacrifice herself। ਉਹ ਕੁੜੀ ਕਾਲਾ ਪੱਥਰ ਹੀ ਚੱਕ ਲੇ ਤੇ ਆਪਣੇ ਆਪ ਨੂੰ ਕੁਰਬਾਨ ਕਰ ਦੇਵੇ ਤੇ ਆਪਣੇ ਪਿਤਾ ਨੂੰ ਡੈਟ ਤੋਂ, ਕਰਜ਼ੇ ਤੋਂ ਬਚਾ ਲੇ ਤੇ ਇੰਪ੍ਰਿਜ਼ਨਮੈਂਟ, ਜੇਲ੍ਹ ਤੋਂ ਬਚਾ ਲੇ। ਤਾਂ ਹੁਣ ਤੁਸੀਂ ਮੈਨੂੰ ਦੱਸੋਗੇ ਉਹ ਕੁੜੀ ਨੂੰ ਕੀ ਕਰਨਾ ਚਾਹੀਦਾ ਬੇਟਾ? ਇਹਨਾਂ ਤਿੰਨਾਂ ਚੋਂ ਕੀ ਕਰਨਾ ਚਾਹੀਦਾ ਉਸ ਕੁੜੀ ਨੂੰ? ਕਿ ਉਹ ਪੱਥਰ ਚੱਕਣ ਤੋਂ ਮਨਾ ਕਰ ਦੇ, ਜਾਂ ਉਹ ਸਾਰੇ ਪਿੰਡ ਨੂੰ ਰੌਲਾ ਪਾ ਦੇ ਵੀ ਇਹਨੇ ਤਾਂ ਦੋ ਕਾਲੇ ਪੱਥਰ ਪਾਤੇ ਥੈਲੀ 'ਚ, ਜਾਂ ਫਿਰ ਉਹ ਚੁੱਪਚਾਪ ਕਾਲਾ ਪੱਥਰ ਚੱਕੇ ਉਹਦੇ ਨਾਲ ਵਿਆਹ ਕਰਾਵੇ ਤੇ ਆਪਣੇ ਪਿਤਾ ਨੂੰ ਬਚਾ ਲੇ। ਦੱਸੋ ਉਹਨੂੰ ਕੀ ਕਰਨਾ ਚਾਹੀਦਾ ਇਹਨਾਂ ਤਿੰਨ ਸਥਿਤੀਆਂ ਚੋਂ? ਵਿਆਹ ਕਰਾ ਲੈਣਾ ਚਾਹੀਦਾ ਤੇ ਉਹ ਉਹਦੇ ਪਿਓ ਦੀ ਉਮਰ ਦਾ ਹੈ, ਬਹੁਤ ਹੀ ਭੈੜਾ, ਅਗਲੀ, ਓਲਡ। ਕੀ ਇਸ ਸਥਿਤੀ ਦਾ ਕੋਈ ਹੋਰ ਹੱਲ ਹੋ ਸਕਦਾ ਹੈ? ਜੇ ਆਪਾਂ ਇਸ ਸਥਿਤੀ ਦਾ ਇੱਕ ਚੌਥਾ ਹੱਲ ਲੱਭ ਲਈਏ ਤਾਂ ਇਹ ਕੀ ਬਣ ਜੂਗੀ? ਲੇਟਰਲ ਥਿੰਕਿੰਗ। ਲੇਟਰਲ ਥਿੰਕਿੰਗ ਮਤਲਬ ਵੱਖਰੀ ਸੋਚ। ਲੇਟਰਲ ਥਿੰਕਿੰਗ ਦਾ ਮਤਲਬ ਕੀ ਹੈ ਬੇਟਾ? ਵੱਖਰੀ ਸੋਚ। ਤਾਂ ਹੁਣ ਉਹ ਕੁੜੀ ਨੇ ਸੋਚਿਆ ਵੀ ਮੈਂ ਇਹ ਤਿੰਨੇ ਕੰਮ ਨਹੀਂ ਕਰ ਸਕਦੀ, ਕਿਉਂਕਿ ਨਾ ਤਾਂ ਮੈਂ ਪੱਥਰ ਚੱਕਣ ਨੂੰ ਮਨਾ ਕਰ ਸਕਦੀ ਹਾਂ, ਮੇਰੇ ਫਾਦਰ ਨੂੰ ਜੇਲ੍ਹ ਹੋ ਜੂਗੀ, ਨਾ ਮੈਂ ਪਿੰਡ ਵਾਲਿਆਂ ਨੂੰ ਰੌਲਾ ਪਾ ਸਕਦੀ ਹਾਂ, ਪਿੰਡ ਵਾਲੇ ਅਮੀਰ ਬੰਦੇ ਦਾ ਸਾਥ ਦੇਣਗੇ, ਨਾ ਮੈਂ, ਉਹ ਕੁੜੀ ਕਹਿੰਦੀ ਵੀ ਨਾ ਮੈਂ ਆਪਣੀ ਕੁਰਬਾਨੀ ਦੇ ਸਕਦੀ ਹਾਂ, ਮੈਂ ਇਸ ਬੁੱਢੇ ਨਾਲ ਕਿਉਂ ਵਿਆਹ ਕਰਾਵਾਂ। ਤਾਂ ਉਹ ਕੋਈ ਨਾ ਕੋਈ ਚੌਥਾ ਹੱਲ ਸੋਚਦੀ ਆ। ਸੋਚਦੀ ਕਿਵੇਂ ਆ? ਲੇਟਰਲ ਥਿੰਕਿੰਗ ਨਾਲ। ਲੇਟਰਲ ਥਿੰਕਿੰਗ ਕੀ ਹੁੰਦੀ ਹੈ ਕਿ ਮੰਨ ਲਓ 100 ਜਣੇ ਨੇ ਇੱਕ ਲੀਕ 'ਚ ਹੀ ਸੋਚ ਰਹੇ ਨੇ, ਇੱਕੋ ਜਿਹਾ ਹੀ ਸੋਚ ਰਹੇ ਨੇ, ਤੇ ਅਚਾਨਕ ਹੀ ਕੋਈ ਹੋਰ ਬੰਦਾ ਜਿਹੜਾ ਵੱਖਰਾ ਸੋਚਦਾ ਹੈ, ਲੇਟਰਲ ਇਹਦੇ ਬਰਾਬਰ ਵੱਖਰੀ ਸੋਚ, ਤਾਂ ਉਸ ਕੁੜੀ ਦੀ ਕੀ ਹੈ? ਇੱਕ ਵੱਖਰੀ ਸੋਚ ਹੈ, ਉਹ ਇਸ ਸਥਿਤੀ ਦਾ ਹੱਲ ਕੱਢ ਲੈਂਦੀ ਹੈ। ਕਿਵੇਂ ਕੱਢ ਲੈਂਦੀ ਆ ਆਪਾਂ ਦੇਖਦੇ ਹਾਂ। ਹੁਣ ਦੇਖੋ ਧਿਆਨ ਨਾਲ, this is what the girl actually did। ਉਸ ਲੜਕੀ ਨੇ ਸੱਚਮੁੱਚ ਕੀ ਕੀਤਾ? the girl put her hand into the money bag। ਉਸ ਪੈਸਿਆਂ ਵਾਲੀ ਥੈਲੀ ਦੇ ਵਿੱਚ ਉਹਨੇ ਆਪਣਾ ਹੱਥ ਪਾ ਲਿਆ, ਉਸ ਕੁੜੀ ਨੇ ਪੈਸਿਆਂ ਵਾਲੀ ਥੈਲੀ ਦੇ ਵਿੱਚ ਆਪਣਾ ਹੱਥ ਪਾ ਲਿਆ। drew out a pebble। ਇੱਕ ਪੱਥਰ ਬਾਹਰ ਕੱਢ ਲਿਆ, ਉਹਨੂੰ ਪਤਾ ਹੈ ਹੁਣ ਦੋਨੇ ਪੱਥਰ ਕਾਲੇ ਨੇ, ਉਹ ਚੋਂ ਇੱਕ ਕੱਢ ਲਿਆ। without looking at it she fumbled and let it fall on the ground। ਬਿਨਾਂ ਪੱਥਰ ਦੇਖੇ ਉਸਨੇ ਜਾਣ ਕੇ ਆਪਣਾ ਹੱਥ ਜਾ ਕਮਾ ਕੇ ਪੱਥਰ ਥੱਲੇ ਸਿੱਟਤਾ। ਫਿਰ ਆਪ ਹੀ ਰੌਲਾ ਪਾਉਣ ਲੱਗ ਗਈ, ਓ ਹਾਊ ਕਲਮਜ਼ੀ ਆਫ ਮੀ, ਮੈਂ ਕਿੰਨੀ ਕਹਿੰਦੀ ਸੁਸਤਾਂ। ਬਟ ਨੈਵਰ ਮਾਈਂਡ, ਲੁੱਕ ਇਨਟੂ the bag। if there is black pebble it means I picked up white pebble, if there is white pebble it means I picked up black pebble। ਤਾਂ ਉਹਨੇ ਚੁਸਤੀ ਦਾ ਜਵਾਬ ਚੁਸਤੀ ਨਾਲ ਹੀ ਦਿੱਤਾ। ਉਹਨੇ ਕੀ ਕੀਤਾ? ਕਾਲਾ ਪੱਥਰ ਚੱਕ ਕੇ ਹੱਥ ਜਾ ਕਮਾ ਕੇ ਥੱਲੇ ਸੁੱਟਤਾ ਤੇ ਰੌਲਾ ਪਾਤਾ, ਕਹਿੰਦੀ ਓਹੋ ਮੈਥੋਂ ਗਿਰ ਗਿਆ ਗਿਰ ਗਿਆ। ਚੱਲ ਕਹਿੰਦੀ ਕੋਈ ਨਾ, ਥੈਲੀ 'ਚ ਦੇਖ ਲਓ, ਜੇ ਥੈਲੀ 'ਚ ਕਾਲਾ ਹੋਇਆ ਇਹਦਾ ਮਤਲਬ ਮੈਂ ਚਿੱਟਾ ਚੱਕਿਆ ਸੀ, ਜੇ ਚਿੱਟਾ ਹੋਇਆ ਇਹਦਾ ਮਤਲਬ ਮੈਂ ਕਾਲਾ ਚੱਕਿਆ ਸੀ। ਬਚ ਗਈ ਨਾ ਹੁਣ ਉਹ ਮੁਸੀਬਤ ਤੋਂ? ਬਚ ਗਈ ਨਾ? ਉਹਦਾ ਕਰਜ਼ਾ ਵੀ ਮਾਫ਼ ਹੋ ਗਿਆ, ਕਿਉਂਕਿ ਚਿੱਟਾ ਪੱਥਰ ਚੱਕੇ ਤੇ ਉਹਨੂੰ ਕੀ ਮਿਲਣਾ ਸੀ? ਇਹ ਫਾਇਦਾ ਮਿਲਣਾ ਸੀ ਕਿ ਉਹਨੂੰ ਵਿਆਹ ਤਾਂ ਕਰਨਾ ਨਹੀਂ ਪੈਣਾ ਸੀ ਤੇ ਉਹਦੇ ਫਾਦਰ ਦਾ ਕਰਜ਼ਾ ਮਾਫ਼ ਹੋ ਜਾਣਾ ਸੀ। ਤੇ ਇਹ ਦੋ ਫਾਇਦੇ ਉਹਨੂੰ ਮਿਲ ਗਏ, ਉਹਦਾ ਕਰਜ਼ਾ ਵੀ ਮਾਫ਼ ਹੋ ਗਿਆ ਤੇ ਉਸਨੂੰ ਵਿਆਹ ਵੀ ਨਹੀਂ ਕਰਨਾ ਪਿਆ। ਸਾਰੇ ਪਿੰਡ ਦੇ ਸਾਹਮਣੇ ਸੱਚੀ ਵੀ ਹੋ ਗਈ ਵੀ ਭਾਈ ਦੇਖੋ ਇਹਨਾਂ ਨੇ ਤਾਂ ਤੇਰੀ ਸ਼ਰਤ ਮੰਨ ਲਈ, ਗਰੀਬਾਂ ਨੇ, ਇਹਨਾਂ ਨੇ ਤਾਂ ਪੱਥਰ ਚੱਕ ਕੇ ਆਪਣੀ ਸ਼ਰਤ ਵੀ ਪੂਰੀ ਕਰਤੀ। ਤੇ ਇਸ ਦੇ ਨਾਲ ਕੀ ਹੋਇਆ ਕਿ ਉਹ ਸੇਫ ਹੋ ਗਈ। ਤਾਂ ਇਸ ਤਰ੍ਹਾਂ ਬੇਟੇ ਲੇਟਰਲ ਥਿੰਕਿੰਗ ਇਸ ਤਰ੍ਹਾਂ ਦੀ ਵੱਖਰੀ ਥਿੰਕਿੰਗ ਹੁੰਦੀ ਹੈ ਜਿਹੜੀ ਕਿ ਸਾਨੂੰ ਔਖੀ ਤੋਂ ਔਖੀ ਸਥਿਤੀ ਵਿੱਚੋਂ ਵੀ ਬਾਹਰ ਕੱਢ ਲੈਂਦੀ ਹੈ। ਠੀਕ ਹੈ,
ਸੋ ਦਿਸ ਇਜ਼ ਵਾਟ ਲਿਟਰਲ ਥਿੰਕਿੰਗ ਇਜ਼। ਹੁਣ ਆਪਾਂ ਆ ਜਾਓ ਇਹਦੀ ਡੈਫੀਨੇਸ਼ਨ ਤੇ ਕਿ ਪੂਰੀ ਸਟੋਰੀ ਸੁਣਾ ਕੇ ਸਾਨੂੰ ਲੇਖਕ ਕੀ ਦੱਸਣਾ ਚਾਹੁੰਦਾ ਹੈ। ਆ ਇਸ ਦੀ ਡੈਫੀਨੇਸ਼ਨ ਹੈ। ਇਹ ਪੈਰਾਗ੍ਰਾਫ ਮੋਸਟ ਇੰਪੋਰਟੈਂਟ ਹੈ ਇਸ ਚੈਪਟਰ ਦਾ। ਹੁਣ ਸਮਝ ਲਓ ਕਿ ਇਸ ਚੈਪਟਰ ਦੇ ਬਾਰੇ ਕੀ ਕਹਿਣਾ ਚਾਹੁੰਦਾ ਹੈ ਲੇਖਕ। ਉਹ ਕਹਿੰਦਾ ਵਟ ਇਜ਼ ਲਿਟਰਲ ਥਿੰਕਿੰਗ, ਵੱਖਰੀ ਸੋਚ ਤੋਂ ਮੇਰਾ ਕੀ ਮਤਲਬ ਹੈ। ਲਿਟਰਲ ਥਿੰਕਿੰਗ ਇਜ਼ ਕ੍ਰੀਏਟਿਵ। ਵੱਖਰੀ ਸੋਚ ਦਾ ਮਤਲਬ ਹੈ ਕੁਝ ਨਵਾਂ ਸੋਚਣਾ। ਹੁਣ ਦੇਖੋ ਆਪਾਂ ਤਾਂ ਤਿੰਨ ਸਥਿਤੀਆਂ ਸੋਚ ਲਈਆਂ ਸੀ, ਉਹਨੇ ਚੌਥੀ ਸਥਿਤੀ ਸੋਚ ਕੇ ਆਪਣੇ ਆਪ ਨੂੰ ਮੁਸੀਬਤ ਚੋਂ ਕੱਢ ਲਿਆ। ਸੋ ਇਟ ਇਜ਼ ਅ ਨॉन ਲੀਨੀਅਰ ਥਿੰਕਿੰਗ। ਇਹ ਲੀਕ ਤੋਂ ਹਟ ਕੇ ਸੋਚ ਹੈ। ਸਾਰੇ ਲੋਕ ਇਸ ਲੀਕ ਤੇ ਸੋਚ ਰਹੇ, ਅਚਾਨਕ ਕੋਈ ਲੀਕ ਤੋਂ ਹਟ ਕੇ ਸੋਚਦਾ ਹੈ। ਲੀਕ ਤੋਂ ਹਟ ਕੇ ਸੋਚਣਾ ਉਹ ਲਿਟਰਲ ਥਿੰਕਿੰਗ ਹੈ। ਇਟ ਇਜ਼ ਥਿੰਕਿੰਗ ਡਿਫਰੈਂਟਲੀ, ਦੂਸਰਿਆਂ ਤੋਂ ਵੱਖਰਾ ਸੋਚਣਾ। ਇਟ ਇਜ਼ ਡੂਇੰਗ ਸਮਥਿੰਗ ਡਿਫਰੈਂਟ, ਕੁਝ ਵੱਖਰਾ ਕਰਨਾ। ਇਟ ਇਜ਼ ਡੂਇੰਗ ਸਮਥਿੰਗ ਦੈਟ ਮਾਈਟ ਬੀ ਕੁਆਇਟ ਨੋਵਲ, ਕੁਝ ਨਵਾਂ ਕਰਨਾ। ਨੋਵਲ ਕੀ ਹੁੰਦਾ ਹੈ? ਨਵਾਂ, ਬਿਲਕੁਲ। ਤਾਂ ਕੋਈ ਵੀ ਕੰਮ ਅਜਿਹਾ ਕਰਨਾ ਜਿਹੜਾ ਕਿ ਨੋਵਲ ਹੋਵੇ, ਅਨਕਨਵੈਨਸ਼ਨਲ ਹੋਵੇ, ਇਸ ਤੋਂ ਪਹਿਲਾਂ ਕਿਸੇ ਨੇ ਉਵੇਂ ਦਾ ਕੰਮ ਕੀਤਾ ਨਾ ਹੋਵੇ। ਕਨਵੈਨਸ਼ਨਲ ਕੀ ਹੁੰਦਾ ਹੈ? ਜਿਹੜੀ ਰੀਤ ਪੁਰਾਣੇ ਸਮੇਂ ਤੋਂ ਚਲੀ ਆਉਂਦੀ ਹੈ। ਅਨਕਨਵੈਨਸ਼ਨਲ ਕੀ ਹੁੰਦਾ? ਕੁਛ ਐਸਾ ਕੰਮ ਕਰਨਾ ਜਿਹੜਾ ਕਦੇ ਕਿਸੇ ਨੇ ਨਹੀਂ ਕੀਤਾ। ਸੋ ਅਕੋਰਡਿੰਗ ਟੂ ਐਡਵਰਡ ਡੀ ਬੋਨੋ, ਐਡਵਰਡ ਡੀ ਬੋਨੋ ਜਿਹੜਾ ਸਾਡਾ ਰਾਈਟਰ ਹੈ, ਉਹ ਕੀ ਕਹਿੰਦੇ ਆ, ਜਿਸਨੇ ਕਿ ਇਹ ਟਰਮ ਬਣਾਈ ਹੈ ਲਿਟਰਲ ਥਿੰਕਿੰਗ। ਇੰਟੈਲੀਜੈਂਸ ਇਜ਼ ਅ ਪੋਟੈਂਸ਼ੀਅਲ। ਇੰਟੈਲੀਜੈਂਸ ਕੀ ਹੁੰਦੀ ਹੈ ਬੇਟੇ? ਬੁੱਧੀ। ਬੁੱਧੀ ਕੀ ਹੈ? ਇੱਕ ਸਮਰੱਥਾ ਹੈ। ਪੋਟੈਂਸ਼ੀਅਲ ਕੀ ਹੁੰਦਾ ਹੈ? ਸਮਰੱਥਾ। ਬੁੱਧੀ ਇੱਕ ਸਮਰੱਥਾ ਹੈ that all of us have। ਬੁੱਧੀ ਕਿਹਦੇ ਕਿਹਦੇ ਕੋਲ ਹੈ? ਸਾਡੇ ਸਾਰਿਆਂ ਕੋਲ ਹੈ। ਕਿਸੇ ਕੋਲ ਜ਼ਿਆਦਾ, ਕਿਸੇ ਕੋਲ ਥੋੜੀ ਹੈ। ਥਿੰਕਿੰਗ ਇਜ਼ ਅ ਸਕਿੱਲ। ਲੇਕਿਨ ਇਸ ਬੁੱਧੀ ਦੇ ਵਿੱਚ ਸੋਚਣਾ, ਉਹ ਕੀ ਹੈ? ਇੱਕ ਸਕਿੱਲ ਹੈ, ਇੱਕ ਆਰਟ ਹੈ, ਇੱਕ ਕੌਸ਼ਲ ਹੈ। ਸਹੀ ਤਰੀਕੇ ਨਾਲ ਸੋਚਣਾ ਕੀ ਹੈ? ਇੱਕ ਕੌਸ਼ਲ ਹੈ। that potential well। ਹੁਣ ਜੇ ਅਸੀਂ ਸਹੀ ਸੋਚ ਰੱਖਾਂਗੇ ਤਾਂ ਅਸੀਂ ਆਪਣੀ ਇਸ ਪੋਟੈਂਸ਼ੀਅਲ ਨੂੰ, ਆਪਣੇ ਇਸ ਹੁਨਰ ਨੂੰ ਪੂਰਾ ਸਹੀ ਇਸਤੇਮਾਲ ਕਰ ਸਕਾਂਗੇ। ਉਸ ਤੋਂ ਅੱਗੇ ਰਾਈਟਰ ਕੀ ਕਹਿੰਦਾ ਹੈ? ਵਨ ਮੇ ਬੀ ਅ ਗੁੱਡ ਥਿੰਕਰ। ਹੋ ਸਕਦਾ ਹੈ ਕੋਈ ਵਿਅਕਤੀ ਬਹੁਤ ਚੰਗਾ ਸੋਚ ਰੱਖਦਾ ਹੋਵੇ ਵਿਦਾਊਟ ਬੀਇੰਗ ਔਨ ਇੰਟੈਲੈਕਚੁਅਲ ਐਂਡ ਵਾਈਸ ਵਰਸਾ, ਤੇ ਇਸ ਦੇ ਬਦਲੇ ਜ਼ਰੂਰੀ ਨਹੀਂ ਕਿ ਉਹ ਹੁਸ਼ਿਆਰ ਹੀ ਹੋਵੇ, ਜਾਂ ਕੋਈ ਵਿਅਕਤੀ ਕਈ ਵਾਰ ਹੁਸ਼ਿਆਰ ਹੁੰਦਾ ਤਾਂ ਇਹ ਜ਼ਰੂਰੀ ਨਹੀਂ ਕਿ ਉਹਦੀ ਸੋਚ ਚੰਗੀ ਹੋਵੇ। ਹੁਣ ਉਹ ਇਸ ਚੀਜ਼ ਨੂੰ ਦਿਖਾਉਣ ਲਈ ਇੱਕ ਹੋਰ ਸਟੋਰੀ ਸੁਣਾਉਂਦੇ ਆ। ਕਿਸ ਚੀਜ਼ ਨੂੰ ਦਿਖਾਉਣ ਲਈ? ਲਿਟਰਲ ਥਿੰਕਿੰਗ। ਵੱਖਰਾ ਸੋਚ ਕੇ ਇਨਸਾਨ ਕਿਵੇਂ ਵੰਡਰਫੁਲ ਕੰਮ ਕਰ ਸਕਦਾ। ਹੁਣ ਬੇਟੇ ਤੁਸੀਂ ਦੇਖੋ, ਜਿੰਨੀਆਂ ਇਨਵੈਂਸ਼ਨਸ ਹੋਈਆਂ ਲਿਟਰਲ ਥਿੰਕਿੰਗ ਕਰਕੇ ਹੀ ਹੋਈਆਂ ਨੇ ਨਾ। ਜਿੰਨੀਆਂ ਕਾਢਾਂ ਸਾਇੰਟਿਸਟਾਂ ਨੇ ਕੱਢੀਆਂ ਲਿਟਰਲ ਥਿੰਕਿੰਗ ਕਰਕੇ ਕੱਢੀਆਂ ਨੇ, ਕਿਉਂਕਿ ਉਹਨਾਂ ਨੇ ਕੁਝ ਵੱਖਰੀ ਕਿਸਮ ਦਾ ਸੋਚਿਆ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਸੋਚਿਆ ਸੀ। ਸੈਕਿੰਡ ਸਟੋਰੀ ਕੀ ਹੈ? ਇੱਕ ਮਿਲੀਅਨਰ ਹੈ, ਉਹਦਾ ਨਾਮ ਕੀ ਹੈ? ਟਾਮਸ। ਉਹ ਹੁਣ ਕਿੱਥੇ ਜਾਂਦਾ? ਇੱਕ ਪੋਪੂਲਰ ਬੈਂਕ ਦੇ ਵਿੱਚ ਜਾਂਦਾ ਹੈ। ਇਹ ਪੋਪੂਲਰ ਬੈਂਕ, ਪੋਪੂਲਰ ਮਤਲਬ ਮਸ਼ਹੂਰ ਬੈਂਕ, ਕਿੱਥੇ ਹੈ? ਮਿਡਲ ਆਫ ਨਿਊਯਾਰਕ ਸਿਟੀ, ਨਿਊਯਾਰਕ ਸ਼ਹਿਰ ਦੇ ਬਿਲਕੁਲ ਵਿੱਚੋਂ ਵਿੱਚ ਹੈ। ਤੇ ਉੱਥੇ ਜਾ ਕੇ ਉਹ ਇੱਕ ਲੋਨ ਆਫਿਸਰ ਨਾਲ ਗੱਲ ਕਰਦਾ। ਉਹਨੂੰ ਕੀ ਕਹਿੰਦਾ? ਉਹ ਕਹਿੰਦਾ ਮੈਂ ਕੁਝ ਹਫ਼ਤੇ ਵਾਸਤੇ ਜਾ ਰਿਹਾ, ਬਾਹਰ ਜਾ ਰਿਹਾ ਕੰਮ, ਟੂ ਅਨਦਰ ਕੰਟਰੀ, ਕਿਸੇ ਹੋਰ ਦੇਸ਼ ਜਾ ਰਿਹਾ, ਤਾਂ ਮੈਨੂੰ ਤੁਸੀਂ ਨਾ $5000 ਹੈ ਜਿਹੜਾ, ਉਹ ਉਧਾਰ ਦੇ ਦਿਓ। give me a debt of $5000। they immediately asked for security on the loan। ਠੀਕ ਹੈ ਸਰ, ਤੁਹਾਨੂੰ $5000 ਤਾਂ ਮਿਲ ਜਾਣਗੇ, ਤੁਸੀਂ ਦੂਜੇ ਕੰਟਰੀ ਜਾ ਰਹੇ ਹੋ, ਪਰ ਤੁਸੀਂ ਸਾਨੂੰ ਅਮਾਨਤ ਦੇ ਤੌਰ ਤੇ ਕੀ ਰੱਖ ਕੇ ਜਾਓਗੇ? ਥਾਮਸ ਪੁਆਇੰਟਡ ਆਊਟ ਦ ਵਿੰਡੋ ਟੂ ਅ ਸ਼ਾਈਨੀ ਨਿਊ ਫੈਰਾਰੀ। ਹੁਣ ਬੇਟੇ ਫੈਰਾਰੀ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਦੇ ਵਿੱਚੋਂ ਇੱਕ ਹੈ। ਕਰੋੜਾਂ ਚ ਫੈਰਾਰੀ ਆਉਂਦੀ ਹੈ, ਕਈ ਕਰੋੜ ਦੀ। ਤਾਂ ਉਹ ਕਹਿੰਦਾ ਕਿ ਮੇਰੀ ਫੈਰਾਰੀ ਰੱਖ ਲਓ। ਕਈ ਕਰੋੜ ਦੀ ਕਾਰ $5000 ਚ ਗਿਰਵੀ ਰੱਖ ਕੇ ਜਾ ਰਿਹਾ ਉਹ ਬੈਂਕ ਕੋਲੇ। ਬੈਂਕ ਵਾਲੇ ਹੈਰਾਨ ਹੋ ਜਾਂਦੇ, ਹੱਕੇ ਬੱਕੇ ਹੋ ਜਾਂਦੇ। ਉਸ ਤੋਂ ਬਾਅਦ ਉਹ ਬੜੇ ਆਰਾਮ ਨਾਲ ਆਪਣਾ ਕਾਰ ਉੱਥੇ ਖੜਾ ਜਾਂਦਾ ਗੈਰੇਜ ਦੇ ਵਿੱਚ, ਆਪ $5000 ਲੈ ਕੇ ਉੱਥੋਂ ਚਲਾ ਜਾਂਦਾ। ਹਾਂਜੀ, ਹੁਣ ਥਾਮਸ ਜਿਹੜਾ ਹੈ ਉਸਨੇ ਆਪਣਾ ਕਰਜ਼ਾ ਲੈ ਲਿਆ $5000 ਦਾ, ਔਰ ਥਾਮਸ left the bank with $5000। $5000 ਲੈ ਕੇ ਚਲਾ ਗਿਆ। ਬੈਂਕ EMPLOYEE took ਥਾਮਸ keys। ਬੈਂਕ EMPLOYEE ਨੇ ਉਹਦੀਆਂ ਚਾਬੀਆਂ ਲਈਆਂ, ਉਸਦੀ ਬ੍ਰੈਂਡ ਨਿਊ ਫੈਰਾਰੀ, ਫੈਰਾਰੀ ਵੀ ਬਿਲਕੁਲ ਨਵੀਂ, ਉਸਨੂੰ ਬੈਂਕ ਦੇ ਅੰਡਰਗਰਾਊਂਡ ਗਰਾਜ ਦੇ ਵਿੱਚ ਖੜਾਤਾ। ਬੈਂਕ ਦੇ ਵਿੱਚ ਜ਼ਮੀਨ ਦੇ ਥੱਲੇ ਅੰਡਰਗਰਾਊਂਡ ਗਰਾਜ ਬਣਿਆ, ਜਿਵੇਂ ਮਾਲਸ ਦੇ ਵਿੱਚ ਬਣਿਆ ਹੁੰਦਾ ਹੈ।
ਤੁਸੀਂ ਕਦੇ ਬਠਿੰਡਾ ਮਾਲ ਗਏ ਹੋਵੋਗੇ, ਅੰਡਰਗਰਾਊਂਡ ਗੈਰਾਜ ਬਣੇ ਹੋਏ ਨੇ, ਉਹਦੇ ਵਿੱਚ ਉਹਨਾਂ ਦੀ ਕਾਰ ਖੜਾ ਦਿੱਤੀ ਗਈ। ਐਨੀਵੇ 2 ਵੀਕਸ ਵੈਂਟ ਬਾਏ। ਹਾਂਜੀ, ਹੁਣ ਕਿੰਨੀ ਦੇਰ ਬਾਅਦ ਉਹ ਸਾਡਾ ਵਾਪਿਸ ਆ ਗਿਆ ਥੋਮਸ? 2 ਵੀਕਸ, 2 ਹਫ਼ਤੇ, ਮਤਲਬ 14 ਔਰ 15 ਡੇਜ਼ ਰਫਲੀ, 14-15 ਦਿਨ 'ਚ ਉਹ ਵਾਪਿਸ ਆ ਜਾਂਦਾ ਹੈ। ਤਾਂ ਉੱਥੇ ਆ ਕੇ ਉਹ ਜਦੋਂ ਆਪਣੀ ਫੈਰਾਰੀ ਮੰਗਦਾ ਹੈ, ਉਹ ਆ ਕੇ ਉਹਨਾਂ ਨੂੰ $5000 ਦੇ ਦਿੰਦਾ ਹੈ। 5000 ਤਾਂ ਡਾਲਰ ਉਹ ਦਿੰਦਾ ਉਹਨਾਂ ਨੂੰ ਜਿਹੜੇ ਉਹਨੇ ਉਧਾਰ ਲਏ ਸੀ। $15 ਕੀ ਦਿੰਦਾ ਉਹ? ਇੰਟਰਸਟ। ਇੰਟਰਸਟ ਮਤਲਬ ਕੀ ਹੋ ਗਿਆ ਬੇਟੇ? ਵਿਆਜ। ਸੋ $5000 ਤਾਂ ਜਿਹੜੀ ਪੂਰੀ ਦੀ ਪੂਰੀ ਰਕਮ ਹੈ ਉਹ ਹੈ, ਤੇ ਵਿਆਜ ਕਿੰਨਾ ਉਹਦੇ ਤੇ? $15। ਸੋ 5000 $15 ਫੜਾ ਕੇ ਉਹ ਉਹਨਾਂ ਨੂੰ ਕਹਿੰਦਾ ਕਿ ਲਿਆਓ ਜੀ ਮੇਰੀ ਫੈਰਾਰੀ ਮੈਨੂੰ ਦੇ ਦਿਓ। ਉਸਨੂੰ ਫੈਰਾਰੀ ਜਦੋਂ ਦਿੱਤੀ ਜਾਂਦੀ ਹੈ ਤਾਂ ਜਿਹੜਾ ਮੈਨੇਜਰ ਹੁੰਦਾ ਹੈ ਉਹ ਕੀਜ਼ ਰੱਖਦਾ ਉੱਥੇ। ਕੀਜ਼ ਰੱਖ ਕੇ ਉਹ ਇੱਕ ਕੁਐਸਚਨ ਕਰਦਾ ਉਸਨੂੰ। ਮੈਨੇਜਰ ਜਦੋਂ ਲੈ ਕੇ ਆਇਆ ਉਹਦੀਆਂ ਕੀਜ਼, ਉਹ ਕਹਿੰਦਾ ਹੈ ਆਵਰ ਬੈਂਕ ਪ੍ਰਾਈਡਸ ਇਟਸੈਲਫ ਇਨ ਡਿਟੇਲ। ਸਾਡਾ ਬੈਂਕ ਹੈ ਜਿਹੜਾ ਆਪਣੇ ਕਸਟਮਰ ਬਾਰੇ ਜਾਣਨ ਦੇ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ। ਜਦੋਂ ਅਸੀਂ ਤੁਹਾਡੀ ਬੈਕਗਰਾਊਂਡ ਚੈੱਕ ਕੀਤੀ ਤਾਂ ਸਾਨੂੰ ਪਤਾ ਲੱਗਿਆ ਯੂ ਆਰ ਵਨ ਆਫ ਦਾ ਵੈਲਦੀਐਸਟ ਮੈਨ ਇਨ ਅਮੈਰੀਕਾ। ਤੁਸੀਂ ਤਾਂ ਅਮਰੀਕਾ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਹੋ। ਵਾਟ ਔਨ ਅਰਥ ਵੁੱਡ ਯੂ ਨੀਡ ਟੂ ਬੋਰੋ $5000? ਸਿਰਫ $5000 ਕਰਜ਼ਾ ਲੈਣ ਦੀ ਤੁਹਾਨੂੰ ਕੀ ਲੋੜ ਪੈ ਗਈ? ਇਟ ਜਸਟ ਡਜ਼ਨਟ ਮੇਕ ਸੈਂਸ। ਸਾਨੂੰ ਤਾਂ ਸਮਝ ਨਹੀਂ ਆਈ। ਇੱਕ ਬੰਦਾ ਜਿਹੜਾ ਅਰਬਪਤੀ ਹੈ $5000 ਦਾ ਕਰਜ਼ਾ ਲਈ ਜਾਂਦਾ, ਇਹ ਕਿਉਂ ਲਿਆ ਤੁਸੀਂ? ਥਾਮਸ ਸਮਾਈਲਡ। ਥਾਮਸ ਹੱਸਣ ਲੱਗ ਗਿਆ। ਪਿਕਡ ਅਪ ਦ ਕੀਜ਼। ਉਸਨੇ ਆਪਣੀਆਂ ਚਾਬੀਆਂ ਚੱਕੀਆਂ ਤੇ ਉਹਨੇ ਕੀ ਕਿਹਾ? ਹੀ ਸੈਡ, ਕੈਨ ਯੂ ਟੈਲ ਮੀ ਅਨਦਰ ਵੇ? ਇਫ ਆਈ ਕੁਡ ਹੈਵ ਪਾਰਕਡ ਮਾਈ ਨਿਊ ਫੈਰਾਰੀ ਇਨ ਦ ਮਿਡਲ ਆਫ ਦ ਨਿਊਯਾਰਕ ਸਿਟੀ। ਕੀ ਤੁਸੀਂ ਅਜਿਹਾ ਕੋਈ ਹੋਰ ਤਰੀਕਾ ਦੱਸ ਸਕਦੇ ਹੋ ਕਿ ਮੈਂ ਨਿਊਯਾਰਕ ਸਿਟੀ ਸ਼ਹਿਰ ਦੇ ਵਿੱਚੋਂ ਵਿੱਚ ਆਪਣੀ ਨਵੀਂ ਫੈਰਾਰੀ ਖੜਾ ਸਕਾਂ? ਜਸਟ ਫॉर $15? ਸਿਰਫ $15 ਦੇ ਵਿੱਚ? ਤਾਂ ਤੁਸੀਂ ਕਹਿੰਦਾ $15 ਦੇ ਵਿੱਚ 14-15 ਦਿਨ ਤੱਕ ਮੇਰੀ ਕਾਰ ਦੀ ਇੰਨੀ ਜ਼ਿਆਦਾ ਰਕਸ਼ਾ ਕੀਤੀ। ਇੰਨਾ ਕਹਿ ਕੇ ਉਹ ਚਾਬੀਆਂ ਲੈ ਕੇ ਹੱਸਦਾ ਹੋਇਆ ਚਲਾ ਜਾਂਦਾ ਹੈ। ਸੋ ਬੇਟੇ ਇਸ ਕਹਾਣੀ ਦਾ ਵੀ ਮਤਲਬ ਇਹੀ ਹੈ ਕਿ ਉਹਨੇ ਇੱਕ ਲੇਟਰਲ ਥਿੰਕਿੰਗ ਯੂਜ਼ ਕੀਤੀ। ਕਿਹਨੇ? ਥਾਮਸ ਨੇ। ਤਾਂ ਇਹਨਾਂ ਐਗਜ਼ਾਮਪਲਸ ਤੋਂ ਲੇਖਕ ਕੀ ਦੱਸਣਾ ਚਾਹੁੰਦਾ ਹੈ? ਐਗਜ਼ਾਮਪਲਸ ਆਫ ਐਪਲੀਕੇਸ਼ਨ ਆਫ ਲੇਟਰਲ ਥਿੰਕਿੰਗ ਐਂਡ ਨਾਨ ਲੀਨੀਅਰ ਥਿੰਕਿੰਗ। ਇਟ ਸੇਜ਼ ਦੈਟ ਕਿ ਅਲੱਗ-ਅਲੱਗ ਫੀਲਡ ਦੇ ਵਿੱਚ ਇਸਨੇ ਬਹੁਤ ਸਾਰਾ ਕੰਮ ਕੀਤਾ ਹੈ ਵੱਖਰੀ ਸੋਚ ਨੇ। ਇੱਕ ਬੇਟੇ ਇਸ ਦੇ ਵਿੱਚ ਕੁਐਸਚਨ ਆਊਗਾ ਕਿ ਵਨ ਡੇ ਮੈਚਿਸ ਕਿਹਨੇ ਸ਼ੁਰੂ ਕੀਤੇ? ਡੇ ਐਂਡ ਨਾਈਟ ਮੈਚ ਕ੍ਰਿਕਟ ਦੇ ਵਿੱਚ ਕੈਰੀ ਪੈਕਰ ਨੇ ਸ਼ੁਰੂ ਕੀਤਾ। ਇਹ ਕੁਐਸਚਨ ਮੋਸਟ ਇੰਪੋਰਟੈਂਟ ਹੈ, ਬਹੁਤ ਫੇਮਸ ਹੈ ਕਿ ਹੂ ਪ੍ਰੋਪੇਗੇਟਿਡ ਡੇ ਐਂਡ ਨਾਈਟ ਮੈਚਿਸ ਇਨ ਕ੍ਰਿਕਟ। ਕ੍ਰਿਕਟ ਦੇ ਵਿੱਚ ਪਤਾ ਕੀ ਹੁੰਦਾ ਸੀ ਬੇਟਾ? 4-5 ਦਿਨ ਗੇਮ ਚੱਲਦੀ ਰਹਿੰਦੀ ਸੀ ਕ੍ਰਿਕਟ ਦੀ। 2 ਦਿਨ ਇੱਕ ਟੀਮ ਖੇਲੀ ਜਾਂਦੀ, 2 ਦਿਨ ਇੱਕ ਟੀਮ ਖੇਲੀ ਜਾਂਦੀ। ਫਿਰ ਉਹਨਾਂ ਦੇ ਸਕੋਰ ਮੈਚ ਕਰਦੇ, ਫਿਰ ਵਿਨਰ ਚੂਜ਼ ਕਰਦੇ। ਤਾਂ ਕੈਰੀ ਪੈਕਰ ਪਹਿਲਾ ਬੰਦਾ ਸੀ ਜਿਸਨੇ ਕਿਹਾ ਕਿ ਆ ਬੰਦ ਕਰੋ ਡੇ ਐਂਡ ਨਾਈਟ ਮੈਚ ਖੇਲੋ। 4-4 5-5 ਦਿਨ ਖੇਡੀ ਜਾਂਦੇ ਹੋ, ਮੀਂਹ ਪੈ ਜਾਂਦਾ, ਡਰਾ ਹੋ ਜਾਂਦਾ। ਤਾਂ ਤੁਸੀਂ ਐਂ ਕਰੋ, ਵਨ ਡੇ ਮੈਚਿਸ ਖੇਲੋ, ਥੋੜੇ ਓਵਰ ਰੱਖੋ, ਥੋੜੀਆਂ ਬਾਲਸ ਰੱਖੋ। ਠੀਕ ਹੈ। ਤਾਂ ਲੇਖਕ ਕਹਿੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਵੱਖਰਾ ਉਦੋਂ ਹੀ ਕੁਝ ਹੋ ਸਕਦਾ ਹੈ ਜਦੋਂ ਅਸੀਂ ਵੱਖਰਾ ਸੋਚਾਂਗੇ, ਕੈਰੀ ਪੈਕਰ ਵਾਂਗੂ ਅਲੱਗ ਤੋਂ ਸੋਚਾਂਗੇ। ਅੱਛਾ, ਸਿਰਫ ਇਹੀ ਨਹੀਂ ਕਿ ਡੇ ਐਂਡ ਨਾਈਟ ਮੈਚਿਸ ਸ਼ੁਰੂ ਹੋਏ, ਕਲਰਫੁਲ ਬਾਲਸ ਵੀ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲਾਂ ਕ੍ਰਿਕਟ ਦੀ ਡਰੈਸ ਕੀ ਹੁੰਦੀ ਸੀ? ਵਾਈਟ। ਔਰ ਬਾਲ ਕਿਹੋ ਜਿਹੀ ਹੁੰਦੀ ਸੀ? ਵਾਈਟ। ਤੇ ਉਹਨੇ ਕਲਰਫੁਲ ਬਾਲਸ ਸ਼ੁਰੂ ਕਰਾਈਆਂ, ਕਲੋਥਿੰਗ ਕਲਰਫੁਲ ਕਰਾਤੀ। ਟੀਮਾਂ ਦੇ ਕਲਰਸ ਹੁੰਦੇ ਨੇ ਡਿਫਰੈਂਟ, ਤੁਸੀਂ ਦੇਖਿਆ ਹੀ ਹੋਣਾ ਅਗਰ ਟੀਵੀ ਤੇ ਮੈਚਿਸ ਦੇਖਦੇ ਹੋ। ਆਸਟ੍ਰੇਲੀਆ ਦਾ ਯੈਲੋ ਜਿਹਾ ਕਲਰ ਪਾਇਆ ਹੁੰਦਾ ਹੈ, ਇੰਡੀਆ ਦੇ ਨੇਵੀ ਬਲੂ ਪਾਇਆ ਹੁੰਦਾ ਹੈ, ਸ਼੍ਰੀਲੰਕਾ ਦਾ ਵੀ ਬਲੂ ਕਲਰ ਹੁੰਦਾ ਹੈ। ਇਸ ਤਰ੍ਹਾਂ ਅਲੱਗ-ਅਲੱਗ ਕਲਰ ਹੁੰਦੇ ਨੇ। ਆਸਟ੍ਰੇਲੀਆ ਰੀਸੈਂਟਲੀ ਐਕਸਪੈਰੀਮੈਂਟਡ ਵਿਦ 2 ਡਿਫਰੈਂਟ ਕੈਪਟਨਸ ਫॉर द ਟੈਸਟ। ਹੁਣ ਆਸਟ੍ਰੇਲੀਆ ਨੇ ਇੱਕ ਹੋਰ ਵੱਖਰਾ ਕੰਮ ਕੀਤਾ ਕਿ ਕ੍ਰਿਕਟ ਦੇ ਮੈਚ ਵਿੱਚ ਟੈਸਟ ਲਈ ਹੋਰ ਕੈਪਟਨ, ਵਨ ਡੇ ਮੈਚਿਸ ਲਈ ਹੋਰ ਕੈਪਟਨ। ਕਿਉਂਕਿ ਟੈਸਟ ਮੈਚ ਇੱਕ ਬੜੀ ਸਲੋ ਗੇਮ ਹੁੰਦੀ ਹੈ, ਵਨ ਡੇ ਮੈਚ ਬੜੀ ਫਾਸਟ ਗੇਮ ਹੁੰਦੀ ਹੈ। ਸੋ ਦੋਵਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਲੀਡਰਸ਼ਿਪ ਤੇ ਸਟ੍ਰੈਟਜੀ ਦੀ ਲੋੜ ਪੈਂਦੀ ਹੈ। ਤਾਂ ਇਸ ਤਰ੍ਹਾਂ ਰਾਈਟਰ ਕਹਿਣਾ ਚਾਹੁੰਦਾ ਹੈ ਕਿ ਕਈ ਲੋਕਾਂ ਨੇ ਵੱਖਰਾ ਸੋਚ ਕੇ ਵੱਖਰੇ ਕੰਮ ਕੀਤੇ ਹੈ।
lateral thinking except Edward de Bono says that lateral thinking ਦੇ ਬਾਰੇ expert Edward de Bono ਕੀ ਕਹਿੰਦੇ ਨੇ with logic you start with certain ingredient ਤੁਸੀਂ ਆਪਣੇ ਦਿਮਾਗ ਦੇ ਵਿੱਚ ਲੌਜਿਕ ਨਾਲ ਆਪਣੇ ਦਿਮਾਗ ਦੇ ਤਰਕ ਨਾਲ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਆਪਣੇ ਸਾਹਮਣੇ ਲਿਆ ਸਕਦੇ ਹੋ just as in chess you start out with given pieces ਜਿਵੇਂ ਕਿ ਚੈਸ ਦੇ ਵਿੱਚ ਚੈਸ ਕੀ ਹੁੰਦਾ ਹੈ ਸ਼ਤਰੰਜ ਸ਼ਤਰੰਜ ਦੇ ਵਿੱਚ ਤੁਹਾਨੂੰ ਕੀ ਮਿਲਦੇ ਨੇ ਪੀਸਿਸ ਪੀਸਿਸ ਮਤਲਬ ਮੋਹਰੇ ਮੋਹਰੇ ਮਿਲਦੇ ਨੇ ਸ਼ਤਰੰਜ ਮਿਲਦੀ ਹੈ ਮੋਹਰੇ ਮਿਲਦੇ ਨੇ ਚਾਲ ਤਾਂ ਤੁਹਾਨੂੰ ਆਪ ਹੀ ਚੱਲਣੀ ਪੈਂਦੀ ਹੈ ਨਾ ਦਿਮਾਗ ਤਾਂ ਆਪਣਾ ਹੀ ਲਗਾਉਣਾ ਪੈਂਦਾ ਨਾ ਤਾਂ ਵਟ ਆਰ ਦੋਜ਼ ਪੀਸਿਸ ਪਰ ਇਹ ਮੋਹਰੇ ਜਿਹੜੇ ਸਾਨੂੰ ਮਿਲੇ ਹੋਏ ਨੇ ਕੀ ਨੇ ਇਨ ਮੋਸਟ ਰੀਅਲ ਲਾਈਫ ਸਿਚੁਏਸ਼ਨ ਦ ਪੀਸਿਸ ਆਰ ਨਾਟ ਗਿਵਨ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਸਥਿਤੀਆਂ ਇਹੋ ਜਿਹੀਆਂ ਆਉਂਦੀਆਂ ਕਿ ਸਾਨੂੰ ਇਸ ਤਰ੍ਹਾਂ ਦੇ ਕੋਈ ਪੀਸਿਸ ਨਹੀਂ ਮਿਲਦੇ ਮੋਹਰੇ ਹੀ ਨਹੀਂ ਮਿਲਦੇ ਆਪ ਹੀ ਅਸੀਂ ਆਪਣੀ ਜਿਹੜੀ ਹੈ ਉਹ ਕੰਮ ਕਰਨਾ ਹੁੰਦਾ ਹੈ ਸੋ ਵਨ ਡੇ ਵਨ ਇਜ਼ always confusing conditioned thinking ਕੀ ਹੁੰਦੀ ਹੈ ਬੇਟੇ ਜੋ ਮੈਂ ਛੋਟੀ ਹੁੰਦੀ ਨਾ ਮੇਰੇ ਮੰਮੀ ਕਹਿੰਦੇ ਵੀ ਮੰਗਲਵਾਰ ਹੈ ਅੱਜ ਸਿਰ ਨਾ ਧੋਈ ਮੈਂ ਪੁੱਛਦੀ ਹੁੰਦੀ ਸੀ ਮੰਮੀ ਕਿਉਂ ਨਾ ਧੋਈ ਕੀ ਫਰਕ ਪੈਂਦਾ ਤਾਂ ਮੰਮੀ ਕਹਿੰਦੇ ਹੁੰਦੇ ਸੀ ਕਿ ਪਤਾ ਨਹੀਂ ਬਈ ਸਾਨੂੰ ਤਾਂ ਸਾਡੀ ਮਾਂ ਕਹਿੰਦੀ ਸੀ ਅਸੀਂ ਚੁੱਪ ਕਰਕੇ ਮੰਨ ਲੈਂਦੇ ਸੀ ਤੇ ਤੁਸੀਂ ਸਾਨੂੰ ਸਵਾਲ ਕਰਦੇ ਹੋ ਇਹਦਾ ਮਤਲਬ ਮੇਰੇ ਮੰਮੀ ਦੀ ਥਿੰਕਿੰਗ ਕਿਹੋ ਜਿਹੀ ਸੀ ਕੰਡੀਸ਼ਨਡ ਥਿੰਕਿੰਗ ਕੀ ਹੁੰਦੀ ਹੈ ਕਿ ਮੇਰੇ ਮਾਤਾ ਪਿਤਾ ਨੇ ਐ ਕਹਿਤਾ ਬਸ ਮੈਂ ਇਹ ਕੰਮ ਹੀ ਕਰਨਾ ਸੋਚਣਾ ਹੈ ਹੀ ਨਹੀਂ ਸਮਝਣਾ ਹੈ ਹੀ ਨਹੀਂ ਕਿ ਕਿਉਂ ਕਿਹਾ ਇਹਦਾ ਕੀ ਮਤਲਬ ਹੈ ਸੋ ਉਹ ਕਹਿੰਦੇ ਸੀ ਕਿ ਤੁਹਾਡੀ ਲੋਕਾਂ ਦੀ ਜਿਹੜੀ ਸੋਚ ਹੈ ਉਹ ਠੀਕ ਨਹੀਂ ਹੈਗੀ ਅਸੀਂ ਵਧੀਆ ਕਿ ਅਸੀਂ ਆਪਣੇ ਮਾਪਿਆਂ ਨੂੰ ਮੋੜ ਕੇ ਸਵਾਲ ਨਹੀਂ ਕਰਦੇ ਸੀ ਲੇਕਿਨ ਬੇਟੇ ਜਦੋਂ ਆਪਾਂ ਮੁੜ ਕੇ ਸਵਾਲ ਨਹੀਂ ਕਰਾਂਗੇ ਫਿਰ ਆਪਾਂ ਕ੍ਰੀਏਟਿਵ ਥਿੰਕਿੰਗ ਕਿਵੇਂ ਕਰਾਂਗੇ ਨਵਾਂ ਕਿਵੇਂ ਸੋਚਾਂਗੇ ਸੋ ਐਡਵਰਡ ਡੀ ਬੋਨੋ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ that lateral thinking is concerned not with playing with the existing pieces ਸੋ lateral thinking ਕੀ ਕਹਿੰਦੀ ਹੈ ਕਿ ਤੁਹਾਨੂੰ ਜੋ ਆਲੇ ਦੁਆਲੇ ਮਿਲ ਗਿਆ ਸਿਰਫ ਉਹਦੇ ਨਾਲ ਹੀ ਕੁਝ ਨਹੀਂ ਕਰਨਾ ਬਲਕਿ ਤੁਸੀਂ ਉਹਨਾਂ ਪੀਸਿਸ ਨੂੰ ਚੇਂਜ ਵੀ ਕਰ ਸਕਦੇ ਹੋ it is concerned with the perception part of thinking ਤਾਂ ਲੇਟਰਲ ਥਿੰਕਿੰਗ ਦਾ ਸੰਬੰਧ ਕਾਹਦੇ ਨਾਲ ਹੈ ਪਰਸੈਪਸ਼ਨ ਨਾਲ ਪਰਸੈਪਸ਼ਨ ਕੀ ਹੁੰਦੀ ਹੈ ਬੇਟੇ ਸਾਡੀ ਸੋਚ ਦੀ ਇੱਕ ਕਾਬਲੀਅਤ ਹੁੰਦੀ ਹੈ ਕੋਈ ਵੀ ਘਟਨਾ ਹੋਣ ਤੋਂ ਪਹਿਲਾਂ ਅਸੀਂ ਉਹਦੇ ਬਾਰੇ ਇਮੈਜਿਨ ਕਰਦੇ ਹਾਂ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਇਹਨੂੰ ਕੀ ਕਹਿੰਦੇ ਨੇ ਪਰਸੈਪਸ਼ਨ ਪਰਸੈਪਸ਼ਨ ਨੂੰ ਅਸੀਂ ਪੰਜਾਬੀ 'ਚ ਕੀ ਕਹਿੰਦੇ ਹਾਂ ਪੁਨਰ ਆਭਾਸ ਕਿਸੇ ਚੀਜ਼ ਦੇ ਹੋਣ ਤੋਂ ਪਹਿਲਾਂ ਉਸ ਦੇ ਬਾਰੇ ਅੰਦਾਜ਼ਾ ਲਾਉਣ ਦੀ ਸ਼ਕਤੀ ਮਨੁੱਖ ਕੋਲ ਹੈ ਤਾਂ ਇਸ ਦੇ ਬਾਰੇ ਰਾਈਟਰ ਨੇ ਲਿਖਿਆ ਹੈ ਸੋ ਹੁਣ ਤੁਸੀਂ ਇੱਥੇ ਪੜ੍ਹ ਸਕਦੇ ਹੋ ਤੁਹਾਡੇ ਸਾਹਮਣੇ ਹੈ ਕਿ ਇਹ ਆਰਟੀਕਲ ਅਡੈਪਟਡ ਫਰੋਮ ਇੰਟਰਨੈਟ ਆਰਟੀਕਲ ਲੇਟਰਲ ਥਿੰਕਿੰਗ ਰਿਟਨ ਬਾय ਐਡਵਰਡ ਡੀ ਬੋਨੋ ਕਿਹਨੇ ਲਿਖਿਆ ਇਹਨੂੰ ਐਡਵਰਡ ਡੀ ਬੋਨੋ ਨੇ ਇਹ ਕੌਣ ਹੈ ਜੀ ਪ੍ਰੋਫੈਸਰ ਹੈ ਕਿੱਥੇ ਹੈ ਆਕਸਫੋਰਡ ਯੂਨੀਵਰਸਿਟੀ ਪੀਐਚਡੀ ਇਨ ਸਾਈਕੋਲੋਜੀ ਪੀਐਚਡੀ ਇਨ ਸਾਈਕੋਲੋਜੀ ਇਹਨਾਂ ਨੇ ਕੀਤੀ ਹੋਈ ਆ ਔਰ ਐਡਵਰਡ ਡੀ ਬੋਨੋ ਨੇ 40 ਤੋਂ ਜ਼ਿਆਦਾ ਬੁੱਕਸ ਲਿਖੀਆਂ ਨੇ ਤੇ ਇਹਨਾਂ ਨੇ ਹੀ ਪਹਿਲੀ ਵਾਰ ਇਹ ਸ਼ਬਦ ਯੂਜ਼ ਕੀਤਾ ਸੀ ਜਿਹਨੂੰ ਆਪਾਂ ਕਹਿੰਦੇ ਆ ਲੇਟਰਲ ਥਿੰਕਿੰਗ ਕਈ ਵਾਰ ਤੁਹਾਨੂੰ ਬੇਟੇ ਇਹ ਪੁੱਛ ਲਿਆ ਜਾਂਦਾ ਵਟ ਆਰ ਦਾ ਅਦਰ ਟੂ ਨੇਮਸ ਆਫ ਲੇਟਰਲ ਥਿੰਕਿੰਗ ਸੋ ਲੇਟਰਲ ਥਿੰਕਿੰਗ ਨੂੰ ਅਸੀਂ ਨਾਨ ਲੀਨੀਅਰ ਥਿੰਕਿੰਗ ਵੀ ਕਹਿੰਦੇ ਆ ਲੀਕ ਤੋਂ ਹਟ ਕੇ ਸੋਚਣਾ ਲੇਟਰਲ ਥਿੰਕਿੰਗ ਨੂੰ ਅਸੀਂ ਅਨਟ੍ਰੈਡੀਸ਼ਨਲ ਥਿੰਕਿੰਗ ਵੀ ਕਹਿੰਦੇ ਆ ਇਹਦਾ ਮਤਲਬ ਵੀ ਇਹੀ ਹੈ ਕਿ ਪਰੰਪਰਾਗਤ ਸੋਚ ਤੋਂ ਹਟ ਕੇ ਤੁਹਾਡੀ ਵੱਖਰੀ ਕੋਈ ਸੋਚ ਹੋਵੇ ਸਮਝ ਆ ਗਿਆ ਬੇਟਾ ਇਹ ਚੈਪਟਰ ਕੋਈ ਕੁਐਸਚਨ